सा महला पंजवा। चार बरन चौहा के मर्दन, खट दर्शन कर तलीरे। सुंदर सुगर स्वरूप सियाने, पंचों ही मोहे छलीरे। जिन मिल पा मारे पंच सूरबीर, ऐसो कौन बलीरे। जिन पंच मार बिदार गुदारे, सो पूरा एक कलीरे। राम वड्डी काम वस भागे नाही, मौकम फौज हटली रे। कहो नानक तिन जन नरद लिया, साध संगत कै चली रे। पाठ पढ़ियो वर वेद विचारियो, निवल भयंगम साधे। पंच जन्ना स्यों संग ना छुटक्यो, अध कयां बद बादे। प्यारे इन बिद मिलन न जाई, मैं किए कर्म अनेका। हार पर्यो स्वामी के द्वारे, दीजै बुध भविका। ज़ारा ज़हूर हाजरा हजूर, सर्व कला भरपूर। समर्थ गुरु लोक परलोक दे रखियक भगत वशल, ज्ञान दे सागर गुरुआं दे गुरु, शब्द गुरु धन धन श्री गुरु ग्रंथ साहिब जी महाराज। महाराज जी की पावन पवित्र गोद हजूरी दे विच गुर शब्द दे नाल जुड़ बैठी जुड़ रही सा संगत। धनता दे योग हाँ वडभागे हो, गुरु साहब ने मेहर कीती है। सानू समा जिंदगी दा बख्श दिता है, जिस समय दे विच असीं उस मालक दी कृपा दे पात्र बन सकते हाँ। वो समा सानू बख्शिश कर दिता है, जिस समय दे विच असीं दरगाही रूहां बन सकदियां हाँ। सानू वो समा दिता है जिसनों सत संगत कहा जाता है। असीं ओ मिठास वालियां जड़ियां रूहां बन सकदियां हाँ, जिन्हां बाणी विच भौरे कह के, कोयल कह के सन्मान दिता गया। सो इस करके जिहड़ा सानू समा इस वेले मिलिया होया, ये बहुत ही प्यारा कमाई वाला समा है। जिवें मनुख कहंदा भी तेरी उम्र कमाई करन दी है, बैठण दी नहीं। जिवें जवान बच्चे नूं कहीदा तेरी उम्र सौण दी आलस करन दी नहीं, कमाई करन दी है। इस तरह भी साडी बाणी जिहड़ी साडी माँ है, साडा पिता है, ये भी सानू दसदी है भी जिस समय दे विच तू लंघ रहा है, चाहे बालपन, चाहे बुढ़ेपा ते चाहे है जवानी, तेरी कमाई दा समय, तेरा एक कमाई दा समय। किहड़ी कमाई? नाम दी कमाई, शब्द दी कमाई, गुणा दी कमाई, गुरु दी सिੱਖਿਆ सिद्धांत नूं
ਆਪਣੀ ਜ਼ਿੰਦਗੀ ਦੇ ਵਿੱਚ ਢਾਲਣਾ ਜਾਂ ਮੰਨਣਾ ਇਹਦੀ ਕਮਾਈ। ਧਰਮ ਨੂੰ ਕਮਾਉਣ ਦੀ ਕਮਾਈ, ਸੱਚ ਨੂੰ ਕਮਾਉਣ ਦੀ ਕਮਾਈ, ਇਹੀ ਤੇਰਾ ਅਵਸਰ, ਇਹੀ ਤੇਰੀ ਵਾਰ। ਘੱਟ ਭੀਤਰ ਤੂੰ ਦੇਖ ਵਿਚਾਰ। ਸੋ ਸਾਡਾ ਸਮਾਂ ਹੈ ਨਾਮ ਦੀ ਕਮਾਈ ਕਰਨ ਦਾ। ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਬਈ ਇਹਾਂ ਖਾਟ ਚਲੋ ਹਰ ਲਾਹ ਆਗੇ ਵਸਨ ਸੁਹੇਲਾ। ਜਿਸ ਨੇ ਆਪਣਾ ਅੱਗਾ ਸਵਾਰਨਾ, ਅੱਗੇ ਦਾ ਮਤਲਬ ਕੇਵਲ ਮਰਨ ਤੋਂ ਬਾਅਦ ਨਹੀਂ। ਅੱਗੇ ਦਾ ਮਤਲਬ ਜਿਹੜਾ ਅਗਲਾ 1 ਮਿੰਟ ਆ ਰਿਹਾ, ਜਿਹੜਾ 1 ਘੰਟਾ ਆ ਰਿਹਾ, ਜਿਹੜਾ 1 ਦਿਨ 1 ਰਾਤ ਆ ਰਹੀ ਹੈ, 1 ਮਹੀਨਾ ਆ ਰਿਹਾ, 1 ਸਾਲ ਆ ਰਿਹਾ। ਅਗਾਹ ਕੋ ਤਰਾਗ ਪਿੱਛਾ ਫੇਰਨਾ ਮੋਢੜਾ। ਪਿੱਛੇ ਨੂੰ ਛੱਡ, ਹੁਣ ਤੂੰ ਅੱਗੇ ਨੂੰ ਵੇਖ ਤੇ ਆਪਣੇ ਅੱਗੇ ਨੂੰ ਸਫਲ ਕਰ। ਮਤਲਬ ਅੱਜ ਨੂੰ ਸਫਲ ਕਰ ਤਾਂ ਜੋ ਤੇਰਾ ਕੱਲ ਆਟੋਮੈਟਿਕਲੀ ਸਫਲ ਹੋ ਜਾਏ। ਅੱਜ ਕਮਾਈ ਕਰ, ਜੇ ਕੱਲ ਨੂੰ ਬੈਠ ਕੇ ਖਾਣੀ ਵੀ ਪਵੇ ਤੇ ਤੂੰ ਖਾ ਸਕਦਾ ਹੈ। ਸੋ ਕੀਤੀ ਕਮਾਈ ਜਿਹੜੀ ਹੈ ਇਹ ਕੰਮ ਆਉਂਦੀ ਹੈ, ਚਾਹੇ ਕੋਈ ਕਿਸੇ ਤਰ੍ਹਾਂ ਦੀ ਵੀ ਕਮਾਈ ਕਰੇ। ਸਰੀਰ ਨੂੰ ਕਮਾਵੇ, ਪੈਸੇ ਨੂੰ ਕਮਾਵੇ, ਵਡਿਆਈ ਇੱਜ਼ਤ ਕਮਾਵੇ, ਲੋਕਾਂ ਦੇ ਨਾਲ ਤਾਲਮੇਲ ਕਮਾਵੇ, ਵਡਿਆਈ ਵਾਕਫੀਅਤ ਕਮਾਵੇ, ਨਾਮ ਭਜਨ ਬੰਦਗੀ ਕਮਾਵੇ, ਸਭ ਦਾ ਹੀ ਫਾਇਦਾ ਹੀ ਹੁੰਦਾ। ਪਰ ਸਾਨੂੰ ਬਾਣੀ ਦੇ ਵਿੱਚ ਇਹ ਕਿਹਾ ਵੀ ਕਬੀਰ ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਓਗੇ ਪ੍ਰਾਣ ਜਾਏਂਗੇ ਛੂਟ। ਸਾਨੂੰ ਜਿੱਥੇ ਦੁਨਿਆਵੀ ਕਮਾਈ ਕਰਨ ਦੇ ਨਾਲ ਨਾਲ ਮਹਾਰਾਜ ਜੀ ਨੇ ਸਾਨੂੰ ਸ਼ਬਦ ਦੀ ਕਮਾਈ ਕਰਨ ਵੱਲ ਵੀ ਪ੍ਰੇਰਿਆ। ਇਹ ਜ਼ਰੂਰੀ ਆਖ ਦਿੱਤਾ ਹੈ। ਜਿਵੇਂ ਕੰਮ ਜ਼ਰੂਰੀ ਨੇ, ਇਸ ਤਰ੍ਹਾਂ ਸਤ ਸੰਗ ਵੀ ਜ਼ਰੂਰੀ ਹੈ। ਬਿਨ ਸੰਗਤ ਮੈਲ ਭਰੀਜੈ ਜੀਓ। ਸੰਗਤ ਤੋਂ ਬਿਨਾਂ ਮਨੁੱਖ ਖੋਟਾ ਹੋ ਜਾਂਦਾ ਹੈ, ਮਨੁੱਖ ਦੇ ਅੰਦਰ ਮੈਲ ਵੱਧ ਜਾਂਦੀ ਹੈ। ਕਿਉਂਕਿ ਸੰਗਤ ਦੇ ਵਿੱਚ ਇਹ ਮਨ ਜਾਂ ਤਨ ਰੂਪੀ ਕੱਪੜਾ ਲੀੜਾ ਧੋਤਾ ਜਾਂਦਾ ਹੈ। ਜਿਵੇਂ ਕੱਪੜੇ ਨੂੰ ਮੈਲ ਗਹਿਰੀ ਲੱਗਦੀ ਜਾਂਦੀ ਹੈ, ਡੂੰਘੀ ਲੱਗਦੀ ਜਾਂਦੀ ਹੈ, ਜੇ ਕਈ ਮਹੀਨੇ ਧੋਵੇ ਨਾ। ਇਸੇ ਤਰ੍ਹਾਂ ਇਸ ਮਨ ਨੂੰ ਵੀ ਜੇ ਜ਼ਿਆਦਾ ਚਿਰ ਗੁਰੂ ਤੋਂ ਦੂਰ ਰੱਖਿਆ ਜਾਏ, ਇਸ ਮਨ ਨੂੰ ਵੀ ਬਾਣੀ ਜਾਂ ਬਾਣੇ ਤੋਂ ਦੂਰ ਰੱਖਿਆ ਜਾਏ। ਗੁਰੂ ਸਾਹਿਬ ਦੀ ਬਾਣੀ ਵਿੱਚ ਲਿਖਿਆ ਵੀ ਮਨ ਵੀ ਮੈਲਾ ਹੋ ਜਾਂਦਾ, ਮਨ ਵੀ ਮੈਲਾ ਹੋ ਜਾਂਦਾ। ਜ਼ਿਆਦਾ ਮੈਲ ਕਈ ਵਾਰ ਲੱਥਦੀ ਨਹੀਂ, ਕੱਪੜੇ ਨੂੰ ਸੁੱਟਣਾ ਹੀ ਪੈਂਦਾ। ਕੋਈ ਇੱਦਾਂ ਦੀ ਕਾਲਖ ਲੱਗ ਜਾਏ ਤੇ ਉਹ ਨਿਖਰਦੀ ਨਹੀਂ, ਸਾਫ਼ ਹੀ ਨਹੀਂ ਹੁੰਦੀ, ਖਾਸ ਕਰਕੇ ਚਿੱਟੇ ਕੱਪੜੇ 'ਤੇ। ਮਨੁੱਖ ਦਾ ਜੀਵਨ ਇੱਕ ਸਾਫ਼ ਕੱਪੜੇ ਦੀ ਤਰ੍ਹਾਂ ਹੈ, ਸਾਫ਼ ਕਾਗਜ਼ ਦੀ ਤਰ੍ਹਾਂ। ਇਸ ਸਾਫ਼ ਕੱਪੜੇ ਦੇ ਕਾਗਜ਼ ਦੇ ਉੱਪਰ ਮਨੁੱਖ ਕੀ ਲਿਖਣਾ ਚਾਹੁੰਦਾ ਹੈ, ਇਸ ਨੂੰ ਪਤਾ ਹੈ। ਸੋ ਇਸ ਕਰਕੇ ਇਸ ਦੇ ਉੱਪਰ ਆਪਾਂ ਕੀ ਲਿਖਣਾ ਹੈ, ਕੱਲ੍ਹ ਵੀ ਸਰਵਣ ਕੀਤਾ ਸੀ, ਕਰਮ ਲਿਖਣੇ ਹਨ। ਕਿਹੜੇ ਕਰਮ ਲਿਖਣੇ ਨੇ? ਜੋ ਸਾਨੂੰ ਸਤਿਗੁਰੂ ਜੀ ਕਹਿੰਦੇ ਨੇ। ਸੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਸੰਸਾਰ ਦੇ ਵਿੱਚੋਂ ਬਚ, ਇਸ ਸੰਸਾਰ ਦੇ ਵਿੱਚੋਂ ਪਾਰ ਲੰਘ, ਇਸ ਸੰਸਾਰ ਦੀ ਮਾਰ ਤੋਂ ਬਚ। ਕਿਉਂਕਿ ਅੱਜ ਦਾ ਜੋ ਸ਼ਬਦ ਹੈ, ਅੱਜ ਦੇ ਸ਼ਬਦ ਵਿੱਚ ਇਹੀ ਦੱਸਿਆ ਵੀ ਪੰਜ ਜਿਹੜੇ ਨੇ, ਮਹਾਬਲੀ ਚੋਰ ਠੱਗ ਜਿਹੜੇ ਇਸ ਨੂੰ ਕਿਵੇਂ ਮਾਰਦੇ ਨੇ ਤੇ ਇਹ ਆਪਣੀ ਯਾਤਰਾ ਕਿਵੇਂ ਹੌਲੀ ਕਰ ਦਿੰਦਾ ਹੈ ਔਰ ਕਿਵੇਂ ਰੁਕ ਜਾਂਦਾ ਹੈ। ਸੋ ਇਹਦੇ ਬਾਰੇ ਬਾਣੀ ਦੇ ਵਿੱਚ ਸਾਨੂੰ ਪੰਕਤੀਆਂ ਮਿਲਦੀਆਂ ਹਨ। ਸੋ ਸ਼ਬਦ ਦੀ ਪਹਿਲੀ ਪੰਕਤੀ ਵਿੱਚ ਫਰਮਾਨ ਕਰਦੇ ਨੇ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ, ਚਾਰ ਵਰਨ ਚੌਹਾਂ ਕੇ ਮਰਦਨ ਖਟ ਦਰਸ਼ਨ ਕਰ ਤਲੀ ਰੇ। ਇਸ ਜੱਗ ਦੇ ਵਿੱਚ ਚਾਰ ਵਰਨ ਬਣਾਏ ਗਏ ਹੈ, ਖੱਤਰੀ ਬ੍ਰਾਹਮਣ ਸ਼ੂਦ ਵੈਸ। ਤੇ ਗੁਰੂ ਮਹਾਰਾਜ ਜੀ ਕਹਿੰਦੇ ਖਟ ਦਰਸ਼ਨ ਕਰ ਤਲੀ ਰੇ। ਤੇ 6 ਭਿੱਖਾਂ ਦੇ ਸਾਧੂਆਂ ਦੀ ਗੱਲ ਵੀ ਕੀਤੀ ਹੈ।
चार वर्णां की गल कीती है ते भेखां की भी गल कीती है, जिहड़े साधुआं दे भेख हन उन्हां दी भी गल कीती है। गुरु अर्जन देव पातशाह जी कहंदे ने भी जिहड़े मनुख दे पंज विकार ने जां पंज चोर ने, ये चाहे कोई क्षत्रिय है, चाहे कोई ब्राह्मण है, चाहे कोई वैश्य है, चाहे कोई शूद्र है, इतों तक लिखिया चाहे कोई भेखधारी, कोई अपने आप को कहने वाला महात्मा साधु है। नकली मतलब साधु की गल की है, असली दी नहीं। असली कोई संत फकीर साधु के लिए ये चीज़ां है ही नहीं, उन्होंने माया का प्रभाव नहीं। इत्थे भेखधारी की गल की। सो महाराज जी कहते भावें चार वर्णा के लोग क्यों ना होन, खत्री ब्राह्मण शूद वैश्य क्यों ना होन, सतगुरु जी फरमान करदे ये जिहड़े पंज चोर ने, पंज विकार ने, ये उन्हां सारियां नूं ही दुख दिंदे ने, प्रभावित करते हैं, अपना असर रखते हैं, असर छड्डदे ने। और कहते ने जिवें तली दे उपर कुछ चीज़ मली दी है ना, इस तरह ये मल के रख देंदे ने भेखी नूं। और भावें किसी भी जात वर्ण दे विच कोई जन्म लैंदा उन्हों भी। सो इस करके महाराज जी कहते ये महाबली ने, ये तो कौन कौन बचिया, बहुत मुश्किल। इस करके खास करके महाराज जी कहते ने भी ये जड़े ने भेखधारियां नूं बहुत चंगी तरह मलदे ने, भेखधारियां नूं बहुत चंगी तरह मलदे ने। भेखधारी मतलब नकली। नकली वो संसार दे विच गुरु भी हो सकता है, नकली साध भी हो सकता है, नकली गुरसिख भी हो सकता है। गुरसिख नकली नहीं हुंदा, पर जिहड़ा अपने आप नूं कवे ते सिख गुरसिख पर होवे नकली, उन्हां दे लई महाराज जी ने कहा खट दर्शन कर तली रे। जिहड़े छे भेखां दे कोई भी जिहड़े साधु ने भेखियां की गल की, मैं फिर कहां सच्चियां की गल नहीं की, उन्होंने भी अपनी तली ते मसल देंदे ने। जिहड़े पंज विकार ने, जिहड़े पंज चोर ने, उन्होंने भी लुट लैंदे हन। असीं आखांगे भी किवें लुटदे हन। पहलां ते चार वर्ण वालियां नूं लिखिया, चाहे खत्रीय, ब्राह्मण, शूद्र, वैश्य, चारां नूं लुट लैंदे ने। क्योंकि माया के प्रभावहीन असी सारे ही आ जाते हैं। चाहे कोई खतरी है, ये भी काम क्रोध लोभ मोह अहंकार के अधीन आ जाता है। ब्राह्मण जिहड़ा है भी ये अधीन आ जाता है, क्षत्री जिहड़ा ये अधीन आ जाता है, वैश्य शूद्र भी ये अधीन आ जाता है, तो जिहड़ा भेखी है वह भी ये अधीन आ जाता है, ये चुंगल दे विच फस जाता है। तो महाराज जी कहते फिर ये माया जां ये विकार जिहड़े ने ये इसनूं मसल देंदे ने। खट दर्शन कर तली रहे, जिवें तली दे उपर कोई चीज़ रख के मल दईदी है ना, मसल दईदी है, इस तरह ये मसल दिंदे हन। पर मसल दे किसनूं हन? सारियां नूं नहीं। देखो गुरु भगत पीर फकीर ये भी जिहड़े चार वर्ण लिखे ने इन्हां दे विच ही होए ने। गुरु नानक देव जी ते खत्रियां च होए ने। इत्थे लिखिया खत्री ब्राह्मण शूद वैश्य चार वर्ण चौहां के मर्दन, भी सारियां नूं मारदे ने, मलदे ने। पर गुरु नानक महाराज जी ते खत्री ने, मतलब सारियां दी गल नहीं कीती। जिहड़े निर्लेप हन, जिहड़े भेखी नहीं हन, जिहड़े दिखावे वाले नहीं हन, उन्होंने ये नहीं मलदे, उन्हों दा ये नहीं नुकसान करदे। ते जिहड़े बनावटी हन, चाहे वह सिख है, चाहे किसी भी कौम का कोई बंदा, चाहे कोई साधु, जिहड़ा बनावटी ते भेखधारी, जिन्हों असी बड़ी बार पढ़िया भी भेख दिखाए जगत को लोगन को बस कीन, उन्होंने महाराज जी कहते बुरी तरह जिहड़े ने झंझोड़ते ने, मसल देंदे ने। क्योंकि उन्हों दे विच वासना विकार, लोभ मोह ते अहंकार, ये सारियां चीज़ां होंदियां ने।
ਅਸੀਂ ਕਹਾਂਗੇ ਭੇਖੀ ਕੋ ਹੁੰਦੀਆਂ ਨੇ, ਭੇਖੀ ਸਾਧ ਕੋਲ ਹੁੰਦੀਆਂ ਨੇ, ਬਿਲਕੁਲ ਹੁੰਦੀਆਂ ਨੇ। ਜਿਵੇਂ ਅਸੀਂ ਮਾਇਆ ਇਕੱਠੀ ਕਰਨ ਦੇ ਵੱਲ ਲੱਗੇ ਰਹਿੰਦੇ ਹਾਂ, ਜਿਹੜਾ ਭੇਖੀ ਹੈ ਉਹ ਵੀ ਅਗਲੇ ਦੇ ਬੋਝੇ ਵੱਲ ਵੇਖਦਾ, ਮਤਲਬ ਪੌਕਟ ਜੇਬ ਵੱਲ ਵੇਖਦਾ ਵੀ ਮੈਨੂੰ ਕੀ ਦੇਵੇਗਾ। ਉਹ ਵੀ ਕੋਈ ਡੋਨੇਸ਼ਨ ਚੈਰਿਟੀ ਵੱਲ ਧਿਆਨ ਰੱਖਦਾ, ਗੁਸਤਾਖੀ ਮਾਫ। ਜੇ ਤੇ ਉਸ ਨੂੰ ਕਿਸੇ ਨੇ ਗਫਾ ਦੇ ਦਿੱਤਾ ਤੇ ਉਹਦੇ ਖਾਤਰਦਾਰੀ, ਤੇ ਜੇ ਕਿਸੇ ਗਰੀਬ ਨੇ ਉਸ ਨੂੰ ਨਾ ਦਿੱਤਾ ਤੇ ਉਸਨੇ ਇਗਨੋਰ ਕਰ ਦੇਣਾ। ਇਹ ਭੇਖੀ ਹੈ। ਜਿਹੜੇ ਸਤਿਪੁਰਖ ਹੁੰਦੇ ਨੇ, ਚਾਹੇ ਉਹਨਾਂ ਦੇ ਕੋਲ ਕੋਈ ਗਰੀਬ ਜਾਵੇ ਚਾਹੇ ਅਮੀਰ ਜਾਵੇ, ਉਹ ਇਹ ਨਹੀਂ ਦੇਖਦੇ ਵੀ ਇਹ ਲਿਆਇਆ ਕੀ ਹੈ। ਚਾਹੇ ਕੋਈ ਰਾਜਾ ਜਾਵੇ ਚਾਹੇ ਕੋਈ ਭਿਖਾਰੀ ਜਾਵੇ, ਚਾਹੇ ਉਹ ਕੋਈ ਕੌਡੀ ਰੱਖੇ ਤੇ ਚਾਹੇ ਕੋਈ ਰੁਪਈਆ ਰੱਖੇ, ਉਹ ਨਹੀਂ ਇਸ ਚੀਜ਼ ਵੱਲ ਦੇਖਦੇ। ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੇ ਘਾਲੇ। ਜਿਹੜਾ ਪੂਰਨ ਹੁੰਦਾ ਹੈ ਨਾ, ਉਹ ਕਿਸੇ ਨੂੰ ਸ਼ਾਬਾਸ਼ ਜਾਂ ਕਿਸੇ ਦੀ ਝੋਲੀ, ਉਹਦੀ ਜਿਹੜੀ ਬਾਹਰੀ ਦੁਨਿਆਵੀ ਭੇਟਾ ਦੇ ਕੇ ਨਹੀਂ ਦਿੰਦਾ। ਧਿਆਨ ਦੇਣਾ, ਉਹਦੀ ਦੁਨਿਆਵੀ ਭੇਟਾ ਜਾਂ ਦੁਨਿਆਵੀ ਚੀਜ਼ ਦੇ ਕੇ ਨਹੀਂ ਦਿੰਦਾ। ਜਿਵੇਂ ਬਾਬਾ ਬੁੱਢਾ ਸਾਹਿਬ ਸੀ, ਉਹ ਮਾਤਾ ਗੰਗਾ ਨੂੰ ਦੁਨਿਆਵੀ ਜਾਂ ਪਦ, ਦੁਨਿਆਵੀ ਉਹ ਗੁਰੂ ਦੇ ਮਹਿਲ ਸੀ, ਉਹ ਦੇਖ ਕੇ ਉਹਨਾਂ ਨੂੰ ਦੇ ਦਿੰਦੇ, ਪਰ ਨਹੀਂ, ਉਹਨਾਂ ਨੇ ਦੁਨਿਆਵੀ ਠਾਠ ਬਾਠ ਦੇ ਕੇ ਕਿਰਪਾ ਨਹੀਂ ਕੀਤੀ ਵੀ ਇਹ ਗੁਰੂ ਦੇ ਮਹਿਲ ਨੇ, ਇਹ ਰਥਾਂ 'ਤੇ ਚੜ੍ਹ ਕੇ ਆਏ ਨੇ, ਇਹਨਾਂ ਦਾ ਸਾਡੇ 'ਤੇ ਬੜਾ ਰੋਹਬ ਹੈ ਨਾ, ਖਾਲੀ ਮੋੜ ਦਿੱਤਾ ਸੀ। ਤੇ ਜਿਹੜਾ ਖਜ਼ਾਨਾ ਉਹ ਰੱਬ ਦਾ ਪਿਆਰਾ, ਉਹ ਸੱਚਾ ਸੀ ਨਾ, ਉਹ ਭੇਖੀ ਨਹੀਂ ਸੀ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸਾਹਿਬ, ਉਹ ਭੇਖੀ ਨਹੀਂ ਸੀ। ਉਹ ਇਹ ਨਹੀਂ ਦੇਖਦੇ ਸੀ ਵੀ ਇਹਨਾਂ ਨੇ ਖਾਣ ਲਈ ਕਿੰਨੀਆਂ ਮਹਿੰਗੀਆਂ ਚੀਜ਼ਾਂ ਲਿਆਂਦੀਆਂ ਨੇ ਜਾਂ ਕਿੰਨੇ ਮਹਿੰਗੇ ਬਸਤਰ ਲਿਆਂਦੇ ਨੇ, ਉਹਦੇ ਵੱਲ ਨਹੀਂ। ਜਿਹੜਾ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ, ਉਹ ਨਿਰਲੇਪ ਹੁੰਦੇ ਨੇ ਖਾਣ ਪੀਣ ਦੀਆਂ ਵਸਤੂਆਂ ਤੋਂ, ਪਹਿਨਣ ਵਾਲੀਆਂ ਵਸਤਾਂ ਤੋਂ, ਮਾਨਣ ਵਾਲੀਆਂ ਵਸਤਾਂ ਤੋਂ, ਸਪਰਸ਼ ਵਾਲੀਆਂ ਵਸਤਾਂ ਤੋਂ, ਉਹ ਇਹਨਾਂ ਜਾਂ ਸਮੈਲ ਵਾਲੀਆਂ, ਸੁਗੰਧੀ ਵਾਲੀਆਂ ਵਸਤਾਂ ਤੋਂ ਉਹ ਨਿਰਲੇਪ ਹੁੰਦੇ ਨੇ। ਜੇ ਉਹੀ ਇਹ ਚੀਜ਼ਾਂ ਵਿੱਚ ਫਸੇ ਰਹੇ, ਉਹ ਸਾਧੂ ਨਹੀਂ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਤੇ ਐਨਸ ਭਾਗੋ। ਉਹਨੂੰ ਸਾਧੂ ਕਹਿੰਦੇ ਨੇ। ਸਾਧ ਨਾਮ ਨਿਰਮਲ ਤਾਕੇ ਕਰਮ, ਉਹਨੂੰ ਸਾਧ ਕਹਿੰਦੇ ਨੇ। ਉਹ ਬਚਦਾ, ਨਹੀਂ ਤੇ ਬਾਕੀਆਂ ਨੂੰ ਰਗੜੇ ਲੱਗੇ ਪਏ ਨੇ ਜੇਲ੍ਹਾਂ ਵਿੱਚ। ਅਸੀਂ ਦੇਖਦੇ ਹਾਂ ਨਾ, ਬੜੇ ਚਿਰਾਂ ਤੋਂ ਜੇਲ੍ਹਾਂ ਦੇ ਵਿੱਚ ਹੈ। ਉਹ ਸੀ ਲੋਭੀ, ਉਹ ਸੀ ਬਿਕਾਰੀ, ਉਹ ਸੀ ਵਾਸ਼ਨਾ ਦੇ ਭੁੱਖੇ, ਉਹ ਸੀ ਲਾਲਚੀ। ਉਹ ਦੁਨੀਆ ਨੂੰ ਬਾਹਰਲੀ ਭੇਖ ਦਿਖਾ ਕੇ ਆਪਣੇ ਆਪ ਨੂੰ ਵੀ ਅਸੀਂ ਉਹ ਹਾਂ, ਅਸੀਂ ਆਹ ਹਾਂ, ਅਸੀਂ ਉਹ ਹਾਂ, ਅਸੀਂ ਆਹ ਹਾਂ। ਬਾਣੀ ਦੇ ਵਿੱਚ ਤੇ ਲਿਖਿਆ ਦਾਸ, ਇਸ ਨੇ ਦਾਸ ਕਹਿਣਾ ਨਾ ਕਿ ਕਹਿਣਾ ਮੈਂ ਤੇ ਉਹਦਾ ਰੂਪ ਹਾਂ, ਮੈਂ ਇਸ ਜਨਮ ਵਿੱਚ ਉਹ ਸੀ, ਆਹ ਸੀ। ਭੁਲੇਖੇ ਦੇ ਵਿੱਚ ਨਹੀਂ ਪਾਉਣਾ। ਕਰਤੂਤ ਦੱਸ ਜਾਏਗੀ ਵੀ ਤੂੰ ਕੌਣ ਹੈ, ਬੋਲ ਦੱਸ ਦੇਣਗੇ ਤੂੰ ਕੌਣ ਹੈ, ਵਿਚਾਰ ਸੋਚ ਦੱਸ ਦੇਵੇ ਕਿ ਅਲਫਾਜ਼ ਦੱਸ ਦੇਣਗੇ ਤੂੰ ਕੌਣ ਹੈ। ਬਾਣੀ ਕਹਿੰਦੀ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਤੇਰੇ ਖਾਣ ਦਾ ਢੰਗ ਦੱਸ ਦੇਗਾ ਵੀ ਤੂੰ ਕੌਣ ਹੈ। ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਹੈ ਹਾਰਿਓ। ਜਿਹੜਾ ਬੇਤੁਕਾ ਬੇਢੰਗਾ ਰੱਜ ਰੱਜ ਖਾ ਕੇ, ਧਿਆਨ ਦੇਣਾ, ਉਹ ਲੇਟੀਆਂ ਮਾਰਦਾ, ਲੇਟ ਜਾਂਦਾ ਤੇ ਫਿਰ ਦਵਾਈਆਂ ਮੰਗਦਾ। ਪਸ਼ੂ ਬਾਣੀ ਵਿੱਚ ਲਿਖਿਆ, ਉਹਨੂੰ ਪਸ਼ੂ ਲਿਖਿਆ। ਇੱਕ ਵਾਰੀ ਚੀਜ਼ ਮਿਲ ਜਾਏ ਕਹਿੰਦਾ ਹੁਣ ਜਾਂ ਮੈਂ ਹੈ ਨਹੀਂ ਜਾਂ ਇਹ ਚੀਜ਼ ਹੈ ਨਹੀਂ। ਇੱਦਾਂ ਹੀ ਹੁੰਦਾ ਨਾ ਲੋਭੀ ਬੰਦੇ ਦੀ ਗੱਲ। ਲੋਭੀ ਕਾਵੇ ਸਾਹਣਾ ਕੀਜੈ, ਬਾਣੀ ਕਹਿੰਦੀ ਹੈ, ਚਾਹੇ ਮਾਇਆ ਦਾ ਹੋਵੇ ਚਾਹੇ ਖਾਣ ਦਾ ਹੋਵੇ। ਲੋਭ ਕੋਈ ਵੀ ਚੀਜ਼ ਦਾ ਖਤਰਨਾਕ ਹੈ। ਖਾ ਕੇ ਵੀ ਦੁਨੀਆ ਮਰਦੀ ਹੈ ਤੇ ਭੁੱਖ ਨਾਲ ਵੀ ਮਰਦੀ ਹੈ। ਦੁਨੀਆ ਭੁੱਖ ਨਾਲ ਵੀ ਮਰਦੀ ਹੈ ਤੇ ਖਾ ਕੇ ਵੀ ਮਿਲਦੀ ਹੈ, ਪ੍ਰਾਪਤ ਕਰਕੇ ਵੀ ਮਰਦੀ ਹੈ ਤੇ ਲੁਟਾ ਕੇ ਵੀ ਮਰਦੀ ਹੈ। ਪਰ ਇਹਦੇ ਵਿੱਚ ਚੀਜ਼ ਦੇਖਣ ਵਾਲੀ ਇਹ ਹੈ ਵੀ ਉਹਦਾ ਜਿਹੜਾ ਤਰੀਕਾ, ਤੌਰ ਤਰੀਕਾ ਜਾਂ ਢੰਗ ਉਹ ਕਿਸ ਤਰ੍ਹਾਂ ਦਾ ਹੈ। ਦੁਨੀਆ ਸਾਰੀ ਖਾਂਦੀ ਹੈ, ਸਾਰੀ ਥੋੜ੍ਹੋ ਖਾ ਕੇ ਮਰ ਜਾਂਦੀ ਹੈ ਜਾਂ ਬਿਮਾਰ ਹੋ ਜਾਂਦੀ ਹੈ। ਸਾਰੇ ਥੋੜ੍ਹੋ ਪਸ਼ੂ ਨੇ। ਬਾਣੀ ਵਿੱਚ ਲਿਖਿਆ ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ
पेट भरियो पशुआ ज्यों सोयो मनुख जन्म है हारियो रे। सो ये चीज़ां जड़ियां ने सानू सिद्धियां जड़ियां ने लगदियां ने मन नूं, ते जदों मन नूं लगदियां ने जिहड़ा ते इस नूं कर लवे बर्दाश्त ओदा बेड़ा पार। जिहड़ा नहीं सह सकदा वो फिर 84 दे चक्कर दे विच भगत कबीर जी कहंदे ने, कहंदे मेरा सतगुर सूरमा, कबीर सतगुर सूरमे बाहया बाण जो एक गुरु छाती विच कोई लोहे दा तीर थोड़ो मारदा, बाणी नूं ही तीर लिखिया है, शब्दां नूं ही तीर लिखिया। जिवें तीर चुभदा है ना लहू बाहर कढदा, इवें मन नूं जदों बाणी दा वाण लगदा ते मन विचों मैल निकलदी है। ध्यान देना, फिर बंदे नूं ठोकर वजदी है, ठोकर वजदी है। लक्ष्मण दास नूं ठोकर बनी, लक्ष्मण दास नूं ठोकर वजी सी जदों गर्भवती हिरनी दे तीर मारिया सी, वो माधो दास बैरागी बन गया सी। देखो ठोकर लगन तो बगैर तो कदी कोई चीज़ अपना रूप बदलती नहीं। तो जे असी कहिए भी इन्ना खराब मन जन्म जन्म की इस मन को मल लागी काला होया स्याही नूं चंडिया ना जावे, तो ये मन जोत नूं पछाण लेगा, इन्हें नहीं पछाणना। दात्री खुंडी हो जाए, रंबा खुंडा हो जाए, कई खुंडी हो जाए, ते आरी खुंडी हो जाए, वो अपना काम करना बंद कर देंदी है। उन्होंने लोहार दे कोल, उन्होंने मिस्त्री कोल जाके उहदे दंदे तिखे करवाने पैंदे ने। महाराज जी कहते मन नूं तराशदी है गुरबाणी, मन नूं सीधे राह पाउंदी है गुरबाणी, मन नूं चोटां मारदी है सच दी बाणी। ते जिहड़ा चोटां खा गया कबीर सतगुर सूरमे, बाहिया बण जो एक लागत ही भोए गिर पड़िया। परा करे जे शेख, जे लक्ष्मण दास माधो दास ना बनदा ते माधो दास बंदा सिंह बहादुर ना बनदा। चोट लगी सी तां बनिया सी, चोट तो बगैर कदी भी बंदा बंदा नहीं बन सकदा। चपेड़ नाना न्याणे दे मारी जावे ते बिगड़ जाएगा। ध्यान देना, जे कोई गलती करदा है चपेड़ का मतलब मैं ये नहीं कहता भी कोई न्याणे नूं कुट्टण की गल करदा है। जे कोई बिगड़ जावे, नहीं सुधरे तो फिर बाणी विच भी लिखिया भी फिर उसनूं सिद्धा करन दी जरूरत है। मन नूं बाबा फरीद जी ने कहा, ये टोया टिब्बियां वर्गा फरीदा मन मैदान कर, इनू चंगी तरह फ्लैट कर, समतल कर, बराबर कर, पूरियां इहदियां भुजा सही कर, चतुरभुज इसनू सही कर। मन मैले सब किश मैला, तन धोते मन हच्छा ना होवई। टोए टिब्बे ला, इनू खोतर के इनू सीधा करके बिल्कुल मैदानी बना लै। मैदानी जमीन की कीमत होंदी है, टोए टिब्बियां की कीमत नहीं होंदी। जिहदा मन सीधा हो गया, गुरु साहब जी की पंक्ति बड़ी प्यारी अज दी चल रही है, जो पंक्ति है विचार उहदे नाल रिलेटड ने, एक भी विचार बाहर नहीं है। क्योंकि पहली पंक्ति है, चार वर्ण चौहां के मर्दन खट दर्शन कर तली रे। महाराज जी कहते 6 भेखी साधु ते 4 वर्णा दे सारियां नूं माया रगड़दी है, सारियां नूं माया रगड़दी है। निर्लेपी बंदा बचदा है, जिहड़ा गुरु दे नाल जुड़िया रहिंदा, जिहड़ा संगत दे विच केवल आउंदा नहीं, संगत विच बह के संगत विच गुरु दे रस नूं चखदा पींदा, उन्हों ही ताकत मिलदी है। ध्यान देना, दवाई तो स्टोर तो महंगी लिया के कोई घर रख लवे, जदों उसनों टॉनिक नूं पीदा है तां वो साडे सैल्स जिहड़े ने उन्हां नूं कवर करदी है। महंगी दवाई महंगे डॉक्टर को भी लिख के लियांदी होवे, उदों तक ये असर नहीं करती जदों तक उन्होंने पीता ना जावे। और रूटीन दे विच गुरबाणी नूं क्या है, ये भी एक दवाई है, सर्व रोग का औखद नाम। तो इस बाणी नूं भी महाराज जी रूटीन देंदे ने, तरीका दसदे ने, परहेज दसदे ने। कल्ली बाणी नूं सुणन दे नाल कोई भी नहीं तरिया,
ਬਾਣੀ ਨੂੰ ਪੜ੍ਹਨ ਦੇ ਨਾਲ ਕੋਈ ਵੀ ਨਹੀਂ ਤਰਿਆ। ਹਾਂ, ਫਰਕ ਜ਼ਰੂਰ ਪੈ ਜਾਏਗਾ, ਪਰਸੈਂਟੇਜ ਹੈ। ਜੇ ਕੋਈ 100% ਤਰਨਾ ਚਾਹੁੰਦਾ ਤੇ ਇਸ ਬਾਣੀ ਨੂੰ ਵਿਚਾਰ ਕੇ ਮੰਨਣਾ ਪਏਗਾ। ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਤੇ ਮਹਾਰਾਜ ਜੀ ਕਹਿੰਦੇ ਭੇਖੀ ਵੀ ਫਸ ਗਏ, ਚਾਹੇ ਉਹ ਸਾਧ ਹੈ, ਚਾਹੇ ਸਿੱਖ ਹੈ, ਤੇ ਚਾਹੇ ਕੋਈ ਹੋਰ ਬਰਕਤੀ ਕਿਉਂ ਨਾ ਲਾ ਲਈਏ, ਤਪਸਵੀ ਕਿਉਂ ਨਾ ਲਾ ਲਈਏ। ਸਿਰਫ ਭੇਖੀ ਤਪਸਵੀ ਦੀ ਗੱਲ ਕਰਦਾ, ਅਸਲੀ ਤਪਸਵੀ ਦੀ ਮੈਂ ਗੱਲ ਨਹੀਂ ਕਰਦਾ, ਅਸਲੀ ਸਿੱਖ ਦੀ ਗੱਲ ਨਹੀਂ ਕਰਦਾ, ਅਸਲੀ ਸਾਧੂ ਦੀ ਗੱਲ ਨਹੀਂ ਕਰਦਾ। ਇਸ ਕਰਕੇ ਜਿਸ ਦੀ ਅੱਖ ਕਿਸੇ ਦੇ ਤਨ ਤੇ ਧਨ ਤੇ ਹੈ, ਪਿਛਲੇ ਦਿਨਾਂ ਵਿੱਚ ਵੀ ਪੜ੍ਹਿਆ ਸੀ, ਉਹ ਬੰਦਾ ਹੈ ਵਿਕਾਰੀ, ਬਾਸ਼ਨਾ ਵਾਲਾ, ਲੋਭੀ ਤੇ ਸ਼ੋਸ਼ਣ ਟਾਈਪ। ਉਹ ਚਾਹੇ ਸਾਧ ਹੋਵੇ, ਚਾਹੇ ਕੋਈ ਵੀ ਹੋਵੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਮਾਇਆ ਉਹਨਾਂ ਨੂੰ ਵੀ ਆਪਣੀ ਤਲੀ ਦੇ ਉੱਪਰ ਰਗੜਦੀ ਹੈ। ਸੁੰਦਰ ਸੁਗਰ ਸਰੂਪ ਸਿਆਨੇ, ਪੰਚੋਂ ਹੀ ਮੋਹ ਛਲੀਰੇ। ਮਹਾਰਾਜ ਜੀ ਕਹਿੰਦੇ ਸੁੰਦਰ ਮਤਲਬ ਸੋਹਣੇ ਮਨੁੱਖ, ਦੋਨੇ ਆ ਗਏ, ਨਰ ਤੇ ਮਾਦਾ, ਇਸਤਰੀ ਤੇ ਮਰਦ ਦੋਨੇ ਆ ਗਏ। ਸੁੰਦਰ ਸੁਗੜ ਸਰੂਪ ਸਿਆਨੇ, ਬੜੇ ਸੋਹਣੇ, ਬੜੇ ਸੁੰਦਰ ਔਰ ਬੜੇ ਹੀ ਸਿਆਣਪ ਵਾਲੇ। ਮਹਾਰਾਜ ਜੀ ਕਹਿੰਦੇ ਇਹ ਪੰਚੋ ਹੀ ਮੋਹੇ ਛਲੀਰੇ, ਇਹਨਾਂ ਪੰਜਾਂ ਨੇ ਉਹਨਾਂ ਦਾ ਵੀ ਲਿਹਾਜ਼ ਨਹੀਂ ਕੀਤਾ। ਮਾਇਆ ਸੋਹਣਾ ਥੋੜ੍ਹਾ ਦੇਖਦੀ ਹੈ। ਜਦੋਂ ਕਿਸੇ ਨੂੰ ਗੁੱਸਾ ਆਉਂਦਾ ਹੈ, ਸੋਹਣੇ ਬੰਦੇ ਨੂੰ ਵੀ ਆ ਜਾਂਦਾ ਹੈ, ਅਤੇ ਜਿਹਦਾ ਰੰਗ ਕਣਕ ਵਿੰਨਾ ਹੈ ਜਾਂ ਸਾਂਵਲਾ ਹੈ ਉਹਨੂੰ ਵੀ ਆ ਜਾਂਦਾ ਗੁੱਸਾ, ਅਤੇ ਸਭ ਨੂੰ ਹੀ ਆਉਂਦਾ। ਕ੍ਰੋਧ ਦਾ ਸ਼ਿਕਾਰ ਦੇ ਅਕਸਰ ਹਰ ਕੋਈ ਹੋ ਹੀ ਜਾਂਦਾ। ਸੋ ਮਹਾਰਾਜ ਜੀ ਕਹਿੰਦੇ ਭਾਵੇਂ ਕੋਈ ਸੁੰਦਰ ਹੋਵੇ, ਸੁਗੜ ਹੋਵੇ, ਸਿਆਣਾ ਹੋਵੇ, ਇੱਥੋਂ ਤੱਕ ਕਿ ਗਿਆਨੀ ਤੱਕ ਵੀ ਕਿਉਂ ਨਾ ਹੋਵੇ, ਇਹ ਪੰਜ ਜਿਹੜੇ ਨੇ ਉਹਦੇ ਘਰ ਦੇ ਅੱਗੇ ਆ ਕੇ ਵੀ ਦਸਤਕ ਦਿੰਦੇ ਨੇ ਵੀ ਮੈਂ ਆ ਗਿਆ। ਜਦੋਂ ਸਾਡੇ ਅੰਦਰ ਵਾਸ਼ਨਾ, ਕ੍ਰੋਧ, ਨਿੰਦਿਆ, ਚੁਗਲੀ, ਮੋਹ, ਲੋਭ, ਅਹੰਕਾਰ, ਦਵੈਸ਼, ਦੁਬਦਾ, ਭਰਮ, ਇਹ ਚੀਜ਼ਾਂ ਪੈਦਾ ਹੁੰਦੀਆਂ ਨੇ, ਸਮਝ ਲੈਣਾ ਸਾਡੇ ਹਿਰਦੇ ਰੂਪੀ ਘਰ ਵਿੱਚ ਚੋਰ ਦੀ ਐਂਟਰੀ ਹੋ ਗਈ, ਜਿਹਨੂੰ ਕਹਿੰਦੇ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਜਦੋਂ ਚੋਰ ਆ ਗਏ ਤੇ ਫਿਰ ਨਾ ਵੀ ਕੁਝ ਲੁੱਟ ਕੇ ਲੈ ਕੇ ਜਾਣਾ, ਉਹਨਾਂ ਦੀ ਦਹਿਸ਼ਤ ਹੀ ਬੜੀ ਹੈ ਵੀ ਇੱਥੇ ਚੋਰ ਵੜੇ ਸੀ ਸਾਡੇ ਕਮਰੇ ਵਿੱਚ। ਉੱਥੇ ਬੰਦਾ ਡਰ ਡਰ ਕੇ ਜਾਂਦਾ ਵੀ ਇੱਥੇ ਚੋਰ ਆਏ ਸੀ। ਬਸ ਗੁਰੂ ਮਹਾਰਾਜ ਜੀ ਕਹਿੰਦੇ ਨੇ ਚਾਹੇ ਕੋਈ ਸਿਆਣਾ, ਚਾਹੇ ਕੋਈ ਸੁੰਦਰ ਹੈ, ਇਹਨਾਂ ਨੇ ਅਟੈਕ ਕਰਨਾ ਹੀ ਕਰਨਾ ਹੈ। ਤੇ ਜਿਸ ਨੇ ਸ਼ਬਦ ਰਾਹੀਂ ਸੇਫਟੀ ਰੱਖੀ ਹੋਏਗੀ ਉਹ ਬਚ ਜਾਏਗਾ। ਅਗਲੀ ਪੰਕਤੀ ਬੜੀ ਪਿਆਰੀ ਹੈ, ਜਿਨ ਮਿਲ ਮਾਰੇ ਪੰਜ ਸੂਰਬੀਰ। ਦੇਖੋ ਸੂਰਬੀਰ ਵੈਸੇ ਇੱਕ ਵਿਸ਼ੇਸ਼ਣ ਹੈ, ਅਲੰਕਾਰ ਵੀ ਕਹਿ ਸਕਦੇ ਹੋ, ਪਰ ਇੱਥੇ ਸੂਰਬੀਰ ਸ਼ਬਦ ਇਹਨਾਂ ਲਈ ਵਰਤ ਦਿੱਤਾ ਪੰਜਾਂ ਵਾਸਤੇ। ਜਿਨ ਮਿਲ ਮਾਰੇ ਪੰਜ ਸੂਰਬੀਰ, ਸੂਰਬੀਰ ਦਾ ਮਤਲਬ ਇੱਥੇ ਬਲਵਾਨ ਹੈ। ਇਹ ਬੜੇ ਹੀ ਬਲਵਾਨ ਹੈ। ਸਰਪਨੀ ਤੇ ਉੱਪਰ ਨਹੀਂ ਕੋ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਜੇ ਇਸ ਇਹਨਾਂ ਪੰਜਾਂ ਨੇ ਨਾ, ਇਹਨਾਂ ਪੰਜਾਂ ਦੇ ਵਿੱਚੋਂ ਇੱਕ ਜਾਂ ਦੋ ਨੇ, ਬ੍ਰਹਮਾ ਵਿਸ਼ਨ ਮਹਾਦੇਵ ਛਲਿਆ, ਇੱਥੋਂ ਤੱਕ ਬਾਣੀ ਵਿੱਚ ਲਿਖ ਦਿੱਤਾ। ਸਰਪਨੀ ਤੇ ਉੱਪਰ, ਇਹਨੂੰ ਸਰਪਨੀ ਕਿਹਾ ਨਾ, ਮਾਇਆ ਨੂੰ ਪੰਜਾਂ ਨੂੰ ਸਰਪਨੀ ਵੀ ਕਿਹਾ। ਸਰਪਨੀ ਤੇ ਉੱਪਰ ਨਹੀਂ ਕੋ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ, ਉਹਨਾਂ ਨੂੰ ਵੀ ਛਲ ਦੇ ਵਿੱਚ ਲੈ ਆਂਦਾ। ਤੁਸੀਂ ਕਹਾਣੀਆਂ ਪੜ੍ਹ ਕੇ ਦੇਖ ਲੈਣਾ, ਚਾਹੇ ਦੂਜੇ ਗ੍ਰੰਥਾਂ ਦੇ ਵਿੱਚੋਂ, ਇਹਨਾਂ ਨੂੰ ਛਲਣ ਦੀ ਬ੍ਰਹਮਾ ਦਾ ਜੀਵਨ ਪੜ੍ਹ ਲੈਣਾ। ਗੁਰਸਾਖੀ ਮਾਵ ਜ਼ਿਆਦਾ ਨਹੀਂ ਮੈਂ ਉੱਧਰ ਜਾਣਾ ਚਾਹੁੰਦਾ। ਇਸ ਬਾਣੀ ਵਿੱਚ ਲਿਖਿਆ ਤੁਸੀਂ ਜੀਵਨ ਵੜ ਕੇ ਦੇਖ ਲਿਓ, ਤੁਹਾਨੂੰ ਬਹੁਤ ਸਾਖੀਆਂ ਮਿਲ ਜਾਣਗੀਆਂ ਇਸ ਮਾਇਆ ਨੇ ਕਿਵੇਂ ਛਲਣ ਦੀ ਕੋਸ਼ਿਸ਼ ਕੀਤੀ। ਸੋ ਮਹਾਰਾਜ ਜੀ ਫਿਰ ਇੱਥੇ ਵਿਸਰਾਮ ਲੱਗਦਾ। ਜਿਨ ਮਿਲ ਮਾਰੇ ਪੰਜ ਸੂਰਬੀਰ, ਐਸੋ ਕੌਣ ਬਲੀ ਰੇ। ਬਲੀ ਦਾ ਮਤਲਬ ਇੱਦਾਂ ਦਾ ਕਿਹੜਾ ਬਹਾਦਰ ਸੂਰਮਾ ਜਿਨ੍ਹਾਂ ਨੇ ਇਹਨਾਂ ਨੂੰ ਮਾਰਿਆ। ਉਹ ਬਹਾਦਰ ਸੂਰਮਾ ਆਪਣੇ ਗੁਰੂ ਦਾ ਪਿਆਰ ਹੈ, ਉਹ ਆਪਣੇ ਮਾਲਕ ਦਾ ਪਿਆਰ ਹੈ। ਅਸੀਂ ਸਿੱਖਾਂ ਦਾ ਜੀਵਨ ਪੜ੍ਹੋ, ਤੁਸੀਂ ਚਾਹੇ ਮਿਸਲਾਂ ਨੂੰ ਪੜ੍ਹ ਲਓ, ਚਾਹੇ ਬੰਦੇ ਬਹਾਦਰ ਦਾ ਸਮਾਂ ਦਾ ਪੜ੍ਹ ਲਓ, ਕਦੇ ਵੀ ਸਿੱਖ ਨੇ ਉਹ ਹਮਲੇ ਕਰਦੇ ਸੀ ਮੁਸਲਮਾਨਾਂ 'ਤੇ
ਹਮਲੇ ਕਰਦੇ ਸੀ, ਮੁਗਲਾਂ ਤੇ ਹਮਲੇ ਕਰਦੇ ਸੀ। ਕਿਸੇ ਦੀ ਧੀ ਭੈਣ, ਕਿਸੇ ਦੀ ਧੀ ਭੈਣ ਜਾਂ ਬੱਚੇ ਨੂੰ ਉਹਨਾਂ ਨੇ ਨੁਕਸਾਨ ਨਹੀਂ ਪਹੁੰਚਾਇਆ। ਸਾਡਾ ਇਤਿਹਾਸ ਕੋਈ ਸਿੱਖਾਂ ਦਾ ਪੜ੍ਹ ਕੇ ਵੇਖੇ, ਸਿੱਖ ਇਤਿਹਾਸ, ਉਹਦੇ ਵਿੱਚ ਜੇ ਸਾਡੇ ਹੱਥ ਤਲਵਾਰ ਰਹੀ ਹੈ ਤੇ ਕਦੇ ਵੀ ਤਲਵਾਰ ਦੇ ਨਾਲ ਕਿਸੇ ਬਹੂ ਬੇਟੀ ਦੀ ਇੱਜ਼ਤ ਨੂੰ ਹਮੇਸ਼ਾ ਬਚਾਇਆ ਹੀ ਹੈ। ਇਹ ਗੁਰੂ ਸਾਹਿਬ ਨੇ ਹੁਕਮ ਕੀਤਾ ਸੀ, ਨਿਹੱਥੇ ਤੇ ਵਾਰ ਨਹੀਂ ਕਰਨਾ, ਬੱਚੇ ਤੇ ਅਬਲਾ ਤੇ, ਇਹ ਚੀਜ਼ਾਂ ਮਹਾਰਾਜ ਜੀ ਨੇ ਇੰਸਟਰਕਸ਼ਨਸ ਦਿੱਤੀਆਂ ਸਨ। ਤੇ ਸਿੱਖ ਨੇ ਕਦੀ ਵੀ ਕਿਸੇ ਨੂੰ ਇਸ ਤਰ੍ਹਾਂ ਨਹੀਂ ਦਬਾਇਆ, ਨਾ ਕਿਸੇ ਦਾ ਸ਼ੋਸ਼ਣ ਕੀਤਾ, ਨਾ ਕਿਸੇ ਨੂੰ ਦਬਾਇਆ, ਨਾ ਕਿਸੇ ਨਾਲ ਗਲਤ ਕੋਈ ਕੰਮ ਕੀਤਾ। ਇਸ ਕਰਕੇ ਉਹ ਬਲੀ ਨੇ, ਗੁਰੂ ਦਾ ਸਿੱਖ ਬਲੀ ਹੈ। ਕਿਉਂਕਿ ਗੁਰੂ ਦਾ ਸਿੱਖ ਕਿਉਂ ਬਲੀ ਹੈ, ਕਿਉਂ ਬਲਵਾਨ ਹੈ? ਕਿਉਂਕਿ ਉਸ ਨੂੰ ਆਪਣੇ ਗੁਰੂ ਦੀ ਬਹੁਤ ਵੱਡੀ ਸਿੱਖਿਆ ਮਿਲੀ ਹੈ। ਕਿਉਂਕਿ ਉਹਦਾ ਗੁਰੂ ਬਹੁਤ ਬਲੀ ਹੈ ਨਾ। ਜਿਸ ਦਾ ਗੁਰੂ ਬਲੀ ਹੋਵੇ ਉਹਦਾ ਸਿੱਖ ਵੀ ਬਲੀ ਹੁੰਦਾ ਹੈ। ਤੇ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦਾ ਗੁਰੂ ਅੰਨਾ ਹੁੰਦਾ ਉਹਦੇ ਚੇਲੇ ਵੀ ਅੰਧੇ ਹੁੰਦੇ ਨੇ। ਬਾਣੀ ਵਿੱਚ ਲਿਖਿਆ, ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇਨ। ਅੱਜ ਦੇ ਯੁੱਗ ਦੇ ਵਿੱਚ ਗੁਰੂ ਬੜੇ ਬਣੇ ਹੈ, ਉਹ ਆਪ ਵੀ ਫਸੇ ਨੇ ਤੇ ਅੱਗੇ ਉਹਨਾਂ ਦੇ ਦਲਾਲ ਵੀ ਬੜੇ ਨੇ, ਧੰਦਾ ਕਰਨ ਵਾਲੇ, ਉਹ ਵੀ ਫਿਰ ਇੱਕ ਇੱਕ ਕਰਕੇ ਫਸਦੇ ਨੇ। ਕਿਉਂਕਿ ਆਪ ਡੁੱਬੇ ਚੌ ਵੇਦ ਮੈਂ ਚੇਲੇ ਦੀਏ ਬਹਾਏ। ਭਗਤ ਕਬੀਰ ਜੀ ਕਹਿੰਦੇ ਨੇ ਉਸ ਗੁਰੂ ਨੂੰ, ਦੇਖੋ ਕੀ ਕਹਿੰਦੇ ਨੇ, ਕਬੀਰ ਮਾਏ ਮੁੰਡੋ ਤਹਿ ਗੁਰੂ ਕੀ ਜਾਤੇ ਭਰਮ ਨਾ ਜਾਏ। ਜਿਹੜਾ ਸਾਨੂੰ ਫਸਾ ਕੇ ਚਲ ਗਿਆ ਜਾਂ ਜਿਹੜਾ ਸਾਨੂੰ ਫਸਾਉਂਦਾ ਹੈ, ਉਹਦੇ ਗੁਰੂ ਦੇ ਲਈ ਕਿੰਨੀ ਸਖਤ ਅਲਫਾਜ਼ ਭਗਤ ਕਬੀਰ ਜੀ ਨੇ ਆਪਣੇ ਸ਼ਲੋਕਾਂ ਵਿੱਚ ਕਹਿ ਦਿੱਤੇ। ਮਾਏ ਮੁੰਡੋ, ਮੁੰਡੋ ਮਤਲਬ ਹੁੰਦਾ ਮੁੰਨਣਾ। ਮਾਏ ਮੁੰਡੋ ਤੈ ਗੁਰੂ ਕੀ ਜਾਤੇ ਭਰਮ ਨਾ ਜਾਏ, ਆਪ ਡੁੱਬੇ ਚੌ ਵੇਦ ਮੈਂ ਚੇਲੇ ਦੀਏ ਬਹਾਏ। ਕਿਹੜਾ ਗਿਆਨ ਤੇਰਾ ਜੇ ਤੂੰ ਆਪਣੇ ਉਹਨਾਂ ਸ਼ਿਸ਼ ਜਾਂ ਆਪਣੇ ਚੇਲਿਆਂ ਨੂੰ ਹੀ ਡੋਬ ਦਿੱਤਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਬਚ ਗਏ ਬਾਈ, ਸੰਸਾਰ ਦੇ ਵਿੱਚ ਬਚ ਗਏ। ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਮ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਇਸ ਕਰਕੇ ਉਹ ਬਲੀ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਬਲੀ ਹੈ, ਗੁਰੂ ਦਾ ਸਿੱਖ ਬਲੀ ਹੈ, ਜਿਹੜਾ ਗੁਰੂ ਦੇ ਹੁਕਮ ਵਿੱਚ ਹੈ। ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹੋ ਕਲੀ ਰੇ। ਜਗਤ ਵਿੱਚ ਉਹ ਮਨੁੱਖ ਪੂਰਨ ਹੈ ਜਿਨ੍ਹਾਂ ਨੇ ਇਹਨਾਂ ਪੰਜਾਂ ਨੂੰ ਮਾਰ ਮਾਰ ਕੇ ਲੀਰਾਂ ਕਰ ਦਿੱਤਾ, ਤਾਰ ਕਰ ਦਿੱਤਾ, ਖਤਮ ਕਰ ਦਿੱਤਾ। ਵੱਡੀ ਕੌਮ ਵਸ ਭਾਗੇ ਨਾਹੀ ਮੌਕਮ ਫੌਜ ਹਟਲੀ ਰੇ। ਸੋ ਇਹ ਪੰਜਾਂ ਦੀ ਜਿਹੜੀ ਕੌਮ ਹੈ ਜਾਂ ਖਾਨਦਾਨ ਮਹਾਰਾਜ ਜੀ ਕਹਿੰਦੇ ਬਹੁਤ ਮਜ਼ਬੂਤ ਹੈ। ਅਤੇ ਇਸ ਕਰਕੇ ਇਹਨਾਂ ਨੂੰ ਕਾਬੂ ਕਰਨਾ ਕੋਈ ਸੌਖੀ ਗੱਲ ਨਹੀਂ ਹੈ। ਇੱਕ ਫੌਜ ਦਾ ਕੰਮ ਕਰਦੇ ਨੇ। ਕਹੋ ਨਾਨਕ ਤਿੰਨ ਜਨ ਨਿਰਦਲਿਆ ਸਾਧ ਸੰਗਤ ਕੇ ਝੱਲੀ ਰੇ। ਸੋ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਇਹਨਾਂ ਦੇ ਵਿੱਚੋਂ ਬਚਿਆ ਕੌਣ? ਜਿਹੜਾ ਇਹਨਾਂ ਦੇ ਦਲ ਤੋਂ ਵੱਖਰਾ ਹੋ ਗਿਆ। ਜਿਹੜਾ ਇਹਨਾਂ ਦੇ ਦਲ ਤੋਂ ਵੱਖਰਾ ਹੋ ਗਿਆ ਉਹ ਹੀ ਬਚਦਾ, ਉਹ ਹੀ ਇਸ ਸੰਸਾਰ ਸਾਗਰ ਤੋਂ ਤਰਦਾ ਹੈ। ਸੋ ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਜੋ ਮਹਾਰਾਜ ਜੀ ਨੇ ਮਿਹਰ ਕਿਰਪਾ ਕਰਕੇ ਸੇਵਾ ਲਈ ਹੈ। ਗੁਰੂ ਸਾਹਿਬ ਜੀ ਮਿਹਰ ਕਰਨ, ਇਸ ਦਾ ਭਾਵ ਅਰਥ ਸਾਡੇ ਹਿਰਦੇ ਵਿੱਚ ਵਸਾਉਣ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।